ਖਿਆਲ ਵਿਚਾਰ ਕਰ ਇੱਕ ਪਾਸੇ, ਸੁਰਤ ਨੂੰ ਮੌਨ 'ਚ ਘੜਨਾ ਸਿੱਖੀਏ। ਸ਼ੋਰ ਦੀ ਸਰਦਲ ਵੜ ਗਏ ਆ, ਹੁਣ ਚੁੱਪ ਚੁਬਾਰੇ ਚੜ੍ਹਨਾ ਸਿੱਖੀਏ। ਚੜ੍ਹ ਚੁਬਾਰੇ ਉਸ ਸੁੰਨ ਮਨਾਰੇ, ਵਿੱਚ ਸਥਿਰਤਾ ਖੜਨਾ ਸਿੱਖੀਏ। ਮਨਸੂਰ ਮੂਲ ਚੁੱਪ ਦਾ ਹੈ ਸਮਾਧੀ, ਵਿੱਚ ਸਮਾਧੀ ਵੜਨਾ ਸਿੱਖੀਏ। ਵਿੱਚ ਸਥਿਰਤਾ ਖੜਨਾ ਸਿੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਤੂੰ ਸੱਤ ਅਖੰਡ ਜੋਤ ਤੇ ਪ੍ਰੋਗਰਾਮ ਸੁਘੜ ਵਿਚਾਰ ਵਿੱਚ ਜੋ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਉਹ ਹੈ ਇੱਕ ਚੁੱਪ 100 ਸੁੱਖ। ਸੁੱਖ ਦੀ ਤਲਬ ਕਿਸ ਨੂੰ ਨਹੀਂ। ਅਸੀਂ ਸਾਰੇ ਸੁਖੀ ਹੋਣ ਦੇ ਦਿਲੋਂ ਇਛੁਕ ਰਹਿੰਦੇ ਹਾਂ। ਜੀਵਨ ਵਿੱਚ ਸੁਖੀ ਰਹਿਣ ਲਈ ਹਰ ਹੀਲਾ ਵਸੀਲਾ ਯਤਨ ਕੋਸ਼ਿਸ਼ਾਂ ਕਰਦੇ ਰਹਿੰਦੇ ਹਾਂ ਸਰੀਰਕ ਤਲ 'ਤੇ, ਅਤੇ ਮਾਨਸਿਕ ਸੁੱਖਾਂ ਦੀ ਚਾਹਨਾ ਨੂੰ ਪੂਰਾ ਕਰਨ ਲਈ ਵੀ ਅਨੇਕਾਂ ਵਸੀਲੇ ਕਰਦੇ ਹਾਂ ਕਿ ਅਸੀਂ ਮਨ ਦੇ ਤਲ 'ਤੇ ਸ਼ਾਂਤੀ ਅਤੇ ਸਕੂਨ ਵਿੱਚ ਰਹਿ ਸਕੀਏ। ਅਤੇ ਇਸੇ ਹੀ ਤਰ੍ਹਾਂ ਇੱਕ ਨਹੀਂ ਅਨੇਕਾਂ ਸੁੱਖਾਂ ਦੀ ਜੋ ਕੁੰਜੀ ਹੈ ਉਸ ਬਾਰੇ ਸਾਨੂੰ ਸਿਆਣਿਆਂ ਤਜਰਬੇਕਾਰ ਵਿਅਕਤੀਆਂ ਵੱਲੋਂ ਇੱਕੇ ਵਾਕ ਵਿੱਚ ਨੁਕਤਾ ਪ੍ਰਦਾਨ ਕੀਤਾ ਗਿਆ ਹੈ ਕਿ ਇੱਕ ਚੁੱਪ ਤੇ 100 ਸੁੱਖ, ਜੋ ਦਰਸਾਉਂਦਾ ਹੈ ਕਿ ਸੰਸਾਰੀ ਜੀਵਨ ਵਿੱਚ 100 ਸੁੱਖ ਦੇਣ ਵਾਲੀ ਇੱਕ ਅਹਿਮ ਪ੍ਰਤੀਕਿਰਿਆ ਹੈ ਚੁੱਪ। ਚੁੱਪ ਕੁਝ ਨਾ ਕਹਿਣ ਦੀ ਨਾ ਬੋਲਣ ਦੀ ਪ੍ਰਸਥਿਤੀ ਨੂੰ ਦਰਸਾਉਂਦੀ ਇੱਕ ਅਜਿਹੀ ਪ੍ਰਤੀਕਿਰਿਆ ਜਿਸ ਦੇ ਅਨੇਕਾਂ ਫਾਇਦੇ ਹਨ, ਜਿਸ ਨੂੰ ਅਸੀਂ ਆਪਣੇ ਜੀਵਨ ਵਿੱਚ ਅਣਗੌਲਿਆਂ ਕਰਕੇ ਇਸ ਦੀ ਅਹਿਮੀਅਤ ਨੂੰ ਨਕਾਰ ਛੱਡਿਆ, ਕਿਉਂਕਿ ਬਿਨ ਮਤਲਬ ਬਿਨ ਕਾਰਨ ਬੋਲੀ ਜਾਣਾ ਸਾਡੀ ਸੁਭਾਵਿਕ ਫਿਤਰਤ ਬਣ ਗਈ ਹੈ। ਅਤੇ ਬਹੁਤਾ ਬੋਲਣ ਨਾਲ ਜੀਵਨ ਵਿੱਚ ਬਹੁਤੇ ਉਪੱਦਰ ਖੜੇ ਹੋ ਜਾਂਦੇ ਨੇ, ਅਤੇ ਇਹਨਾਂ ਬਹੁਤਾ ਬੋਲਣ ਵਾਲਿਆਂ ਨੂੰ ਗੁਰੂ ਗੁਰਬਾਣੀ ਫਰਮਾਨ ਵੀ ਸੁਚੇਤ ਕਰਦਾ ਹੈ, ਲੱਭ ਲੋਭ ਹੰਕਾਰ ਤਜ, ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਤੇ ਇੱਕ ਫਰਮਾਨ ਇਸ ਦੇ ਨਾਲ ਹੀ, ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ, ਕਿ ਬਾਕੀ ਮਾਇਆਵੀ ਬਿਰਤੀਆਂ ਨੂੰ ਤਿਆਗਣ ਨਾਲ ਬਹੁਤਾ ਬੋਲਣ ਦੀ ਬਿਰਤੀ ਵੀ ਛੱਡਣੀ ਚਾਹੀਦੀ ਹੈ। ਜੀਵਨ ਵਿੱਚ ਚੁੱਪ ਨੂੰ ਅਪਣਾਉਣਾ ਚਾਹੀਦਾ ਹੈ। ਕਈ ਸਿਆਣੇ ਵਰਗ ਦੇ ਲੋਕ ਚੁੱਪ ਦੀ ਬਾਹਰੀ ਅਹਿਮੀਅਤ ਨੂੰ ਜਾਣਦੇ ਹੋਏ ਇਸ ਦੀ ਵਿਚਲੀ ਗਹਿਰਾਈ ਨੂੰ ਭਾਂਪਦੇ ਹੋਏ ਸੂਝ ਸਮਝ ਦੇ ਤਲ ਤੋਂ ਇਸ ਨੂੰ ਅਪਣਾਉਂਦੇ ਹਨ। ਪਰ ਕਈਆਂ ਦੀ ਤੇ ਚੁੱਪ ਮਜਬੂਰੀ ਹੁੰਦੀ ਹੈ। ਜਿਵੇਂ ਬੱਚਾ ਵਰਗ ਸਿਆਣਿਆਂ ਦੀ ਤਾਕੀਦ ਹੇਠ ਹੀ ਮਜਬੂਰੀ ਵਸ ਚੁੱਪ ਕਰਦਾ ਹੈ, ਤੇ ਕਈ ਵਾਰ ਚੁੱਪ ਨਾਰਾਜ਼ਗੀ ਵੀ ਜ਼ਾਹਰ ਕਰਦੀ ਹੈ, ਕਿਸੇ ਦੀ ਕਹੀ ਗੱਲ ਤੇ ਗਿਲੇ ਸ਼ਿਕਵੇ ਵਜੋਂ ਹੁੰਦੀ ਹੈ। ਚੁੱਪ ਦੀ ਅਹਿਮੀਅਤ ਨੂੰ ਮੁੱਖ ਰੱਖਦੇ ਹੋਏ ਧਾਰਮਿਕ ਅਸਥਾਨਾਂ 'ਤੇ ਸਾਥੋਂ ਚੁੱਪ ਦਾ ਦਾਨ ਵੀ ਮੰਗਿਆ ਜਾਂਦਾ ਹੈ, ਜਿੱਥੇ ਅਸੀਂ ਆਮ ਹੀ ਲਿਖਿਆ ਪੜ੍ਹਦੇ ਹਾਂ ਕਿ ਚੁੱਪ ਦਾ ਦਾਨ ਬਖਸ਼ੋ। ਇਹ ਚੁੱਪ ਜੋ ਅਸੀਂ ਬਾਹਰੀ ਤਲ 'ਤੇ ਅਪਣਾਉਂਦੇ ਹਾਂ ਇਹ ਜ਼ਰੂਰ ਬਹੁਤ ਫਾਇਦੇਮੰਦ ਹੈ, ਪਰ ਕਮੀ ਇਹ ਹੈ ਕਿ ਇਹ ਚੁੱਪ ਅਧੂਰੀ ਹੈ, ਪੂਰੀ ਨਹੀਂ, ਕਿਉਂਕਿ ਅਸੀਂ ਮੁੱਖੋਂ ਤਾਂ ਚੁੱਪ ਕਰ ਜਾਂਦੇ ਹਾਂ, ਪਰ ਸਾਡਾ ਮਨ, ਸਾਡਾ ਅੰਦਰਲਾ ਢਾਂਚਾ ਵਿਚਾਰਾਂ ਖਿਆਲਾਂ ਦੇ ਤਲ 'ਤੇ ਚੁੱਪ ਨਹੀਂ ਹੁੰਦਾ। ਇਹ ਚੁੱਪ ਸਾਨੂੰ ਬਾਹਰੀ ਤਲ ਦਾ ਟੈਂਪਰੇਰੀ ਮਾਨਸਿਕ ਸੁੱਖ ਤਾਂ ਜ਼ਰੂਰ ਦਿੰਦੀ ਹੈ, ਪਰ ਅਧੂਰੀ ਹੋਣ ਕਾਰਨ ਅਸਲ ਪੂਰੇ ਸੁੱਖ ਦਾ ਅਹਿਸਾਸ ਨਹੀਂ ਕਰਾ ਸਕਦੀ, ਜਿਸ ਬਾਰੇ ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਚੁੱਪੇ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ, ਕਿ ਬਾਹਰੀ ਚੁੱਪ ਧਾਰਨ ਕਰਕੇ ਲਿਵ ਲਾ ਕੇ ਅਸੀਂ ਅਸਲ ਵਿੱਚ ਚੁੱਪ ਨਹੀਂ ਹੋ ਸਕਦੇ, ਉਸ ਅਸਲ ਚੁੱਪ ਤੱਕ ਨਹੀਂ ਪਹੁੰਚ ਸਕਦੇ। ਇਸ ਬਾਹਰੀ ਅਧੂਰੀ ਚੁੱਪ ਨੂੰ ਪੂਰਾ ਕਰਨ ਵਾਸਤੇ ਸਾਨੂੰ ਕੁਦਰਤ ਦੀ ਅਸਲ ਅੰਦਰੂਨੀ ਚੁੱਪ ਤੱਕ ਪਹੁੰਚਣਾ ਪਵੇਗਾ, ਜਿੱਥੇ ਜਾ ਕੇ ਸਾਨੂੰ ਕੁਦਰਤ ਦਾ ਮੌਨ ਪ੍ਰਤੀਤ ਹੁੰਦਾ ਹੈ। ਵੈਸੇ ਤਾਂ ਕੁਦਰਤ ਬੋਲਦੀ ਹੈ, ਹਿਲਦੀ ਜੁਲਦੀ ਹੈ, ਨਰਿਤਨਾਦ ਵੀ ਕਰਦੀ ਹੈ, ਲੇਕਿਨ ਇਸ ਦੇ ਭੀਤਰ ਇੱਕ ਬਹੁਤ ਵੱਡੀ ਚੁੱਪ ਹੈ ਜੋ ਇਸ ਦਾ ਮੇਨ ਸੈਂਟਰ ਹੈ, ਉਹ ਹੈ ਇਸ ਦੀ ਸਥਿਰਤਾ। ਤੇ ਜੋ ਵੀ ਇਸ ਚੁੱਪ ਦੇ ਤਲ ਤੱਕ ਪਹੁੰਚ ਜਾਂਦਾ ਹੈ ਉਹ ਤਕਰੀਬਨ ਮੁਕਤੀ ਦੇ ਤਲ ਦਾ ਪ੍ਰਸਾਦ ਹਾਸਲ ਕਰ ਲੈਂਦਾ ਹੈ। ਇਹ ਚੁੱਪ ਮੌਨ ਦੇ ਲੈਵਲ ਦੀ ਹੈ, ਜਿਸ ਦਾ ਸਭ ਤੋਂ ਵੱਡਾ ਸੁੱਖ ਮੁਕਤੀ ਹੈ। ਇੱਕ ਮੌਨ ਉਹ ਹੈ ਜੋ ਰੱਖਣਾ ਪੈਂਦਾ ਹੈ, ਜਿਸ ਵਿੱਚ ਆਪਣੇ ਮਨ ਤੇ ਮੁੱਖ ਨੂੰ ਲਗਾਮ ਪਾ ਕੇ ਕਾਬੂ ਵਿੱਚ ਕਰਨਾ ਪੈਂਦਾ ਹੈ, ਜੋ ਅਨੇਕਾਂ ਧਿਆਨੀ ਲੋਕ ਕਰਦੇ ਨੇ, ਜਿਸ ਬਾਰੇ ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਅਸੰਖ ਮੌਨ ਲਿਵ ਲਾਏ ਤਾਰ। ਤੇ ਇੱਕ ਮੌਨ ਉਹ ਹੈ ਜੋ ਭੀਤਰ ਤੋਂ ਜ਼ਾਹਰ ਹੁੰਦਾ ਹੈ, ਤੇ ਜਦ ਇਹ ਮਹਾ ਮੌਨ ਜ਼ਾਹਰ ਹੁੰਦਾ ਹੈ ਫਿਰ ਬੰਦਾ ਉਸ ਅਸਲ ਚੁੱਪ ਤੱਕ ਪਹੁੰਚਦਾ ਹੈ। ਤੇ ਰੂਹਾਨੀਅਤ ਦੇ ਗਿਆਤਾ ਪਹੁੰਚੇ ਹੋਏ ਪੁਰਖ ਇਹ ਦੱਸਦੇ ਨੇ ਕਿ ਇਸ ਅਸਲ ਮੌਨ, ਅਸਲ ਚੁੱਪ ਦਾ ਅਨੁਭਵ ਉਦੋਂ ਹੁੰਦਾ ਹੈ ਜਦੋਂ ਧਿਆਨ ਦੀ ਅਵਸਥਾ ਵਿੱਚ ਇਸ ਦੀਆਂ ਗਹਿਰਾਈਆਂ ਨੂੰ ਛੂੰਹਦਿਆਂ ਹੋਇਆਂ ਜੀਵ ਨੂੰ ਭੌਤਿਕ ਤੋਂ ਲੈ ਕੇ, ਯਾਨੀ ਸਰੀਰ ਤੋਂ ਲੈ ਕੇ ਅੰਦਰਲੇ ਸਾਰੇ ਡਿਪਾਰਟਮੈਂਟ ਨੂੰ ਸੁੰਨ ਆ ਜਾਂਦੀ ਹੈ, ਜਿਸ ਬਾਰੇ ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਅੰਤਰ ਸੁੰਨੰ ਬਾਹਰ ਸੁੰਨੰ ਤ੍ਰੈ ਭਵਨ ਸੁੰਨਮ ਸੁੰਨੰ। ਇਸ ਅਵਸਥਾ ਵਿੱਚ ਤੱਤ ਵੀ ਚੁੱਪ ਕਰ ਜਾਂਦੇ ਨੇ, ਮੌਨ ਹੋ ਜਾਂਦੇ ਨੇ,
ਤੇ ਜਦ ਇਹ ਮੌਨ ਹੁੰਦੇ ਨੇ ਫਿਰ ਅੰਦਰ ਸਨਾਟਾ ਛਾ ਜਾਂਦਾ ਹੈ। ਜਿਵੇਂ ਰਾਤ ਨੂੰ ਸਨਾਟੇ ਵਿੱਚ ਆਵਾਜ਼ਾਂ ਉੱਠਦੀਆਂ ਨੇ, ਇਸੇ ਹੀ ਤਰ੍ਹਾਂ ਇਸ ਸਨਾਟੇ ਵਿੱਚ ਕੁਝ ਤਰੰਗਾਂ ਆਵਾਜ਼ਾਂ ਉੱਠਦੀਆਂ ਨੇ ਨਰਿਤ ਨਾਦ ਦੀਆਂ, ਤੇ ਫਿਰ ਇੱਕ ਤਲ ਤੇ ਜਾ ਕੇ ਸਭ ਕੁਝ ਸ਼ਾਂਤ ਹੋ ਜਾਂਦਾ ਹੈ ਹੋਰ ਗਹਿਰੇ ਮੌਨ ਵਿੱਚ। ਸੋ ਫਿਰ ਅਖੀਰ ਅਸੀਂ ਮੁਕੰਮਲ ਚੁੱਪ ਸਮਾਧੀ ਨੂੰ ਕਹਿ ਸਕਦੇ ਹਾਂ, ਜਿੱਥੇ ਜਾ ਕੇ ਸਭ ਕੁਝ ਠਹਿਰ ਜਾਂਦਾ ਹੈ। ਅਖੀਰ ਬਾਹਰੀ ਤਲ ਦੀ ਚੁੱਪ ਦੇ ਸੁੱਖਾਂ ਦੀ ਅਹਿਮੀਅਤ ਤੋਂ ਸੇਧ ਲੈਂਦੇ ਹੋਏ ਅਸਲ ਸੰਪੂਰਨ ਚੁੱਪ ਜੋ ਸਦੀਵੀ ਸੁੱਖ ਦੀ ਅਨੁਭੂਤੀ ਦਿੰਦੀ ਹੈ, ਉਸ ਤੱਕ ਪਹੁੰਚਣ ਲਈ ਸਾਨੂੰ ਟਿਕਾਊ ਵਿਧੀ ਰਾਹੀਂ ਧਿਆਨ ਦੇ ਅਭਿਆਸਾਂ ਦੁਆਰਾ ਬਾਹਰੀ ਚੁੱਪ ਤੋਂ ਅੱਗੇ ਮਨ ਅੰਦਰ ਚੱਲ ਰਹੇ ਵਿਚਾਰਾਂ ਖਿਆਲਾਂ ਦੀ ਚੁੱਪ ਤੋਂ ਤੱਤਾਂ ਦੀ ਚੁੱਪ ਤੋਂ ਅੱਗੇ ਲੰਘਣਾ ਪਵੇਗਾ, ਤਾਂ ਜੋ ਅਸੀਂ ਕੁਦਰਤ ਵਿਚਲੇ ਮੌਨ ਨੂੰ ਅਨੁਭਵ ਕਰ ਸਕੀਏ। ਸੋ ਆਓ ਬਾਹਰੀ ਚੁੱਪ ਦੀ ਪ੍ਰਤੀਕਿਰਿਆ ਨੂੰ ਅਪਣਾਉਂਦੇ ਹੋਏ ਆਪ ਦੇ ਮੂਲ ਮਾਲਕ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਸਤ ਪਦਮ ਪਿਤਾ ਜੀ ਅੱਗੇ ਫਰਿਆਦੀ ਹੋਈਏ ਕਿ ਸਾਨੂੰ ਉਹ ਬੁੱਧ ਬਲ ਬਖਸ਼ਿਸ਼ ਕਰਨ, ਜਿਸ ਨਾਲ ਅਸੀਂ ਦ੍ਰਿੜ ਸੰਕਲਪ ਦੁਆਰਾ ਆਪ ਜੀ ਦੇ ਧਿਆਨ ਦੀ ਵਿਵਸਥਾ ਵਿੱਚ ਆਣ ਕੇ ਅਸਲ ਧਿਆਨ ਦੀਆਂ ਗਹਿਰਾਈਆਂ ਦੁਆਰਾ ਅਸਲ ਸੰਪੂਰਨ ਚੁੱਪ ਦੇ ਅਹਿਸਾਸ ਨੂੰ ਮਾਣ ਸਕੀਏ, ਜੋ ਕਿ ਮੁਕਤੀ ਦਾ ਸਾਧਨ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।